ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ NRI ਵਰਡ ਦੇ ਵਿੱਚ। ਮੈਂ ਹਾਂ ਰੁਪਿੰਦਰ ਕੌਰ। NRI ਵਰਡ ਵਿੱਚ ਅੱਜ ਖਾਸ ਤੌਰ ਤੇ ਨਜ਼ਰ ਮਾਰਾਂਗੇ NRIs ਦੀਆਂ ਬੀਤੇ ਹਫ਼ਤੇ ਦੀਆਂ ਕੁਝ ਖਾਸ ਸਰਗਰਮੀਆਂ ਤੇ। ਗੱਲ ਹੋਵੇਗੀ ਸਿਆਸਤ ਦੀ, ਖੇਡ ਜਗਤ ਦੀ ਤੇ ਨਾਲ ਹੀ ਮਨੋਰੰਜਨ ਦੀ। ਸੋ ਆਓ ਸ਼ੁਰੂ ਕਰਦੇ ਹਾਂ NRI ਵਰਡ। NRI ਵਰਡ ਦੀ ਸ਼ੁਰੂਆਤ ਕਰਦੇ ਹਾਂ ਸਿਆਸਤ ਨਾਲ ਜੁੜੀਆਂ ਖਬਰਾਂ ਦੇ ਨਾਲ। 24 ਅਕਤੂਬਰ ਨੂੰ ਓਨਟਾਰੀਓ ਵਿੱਚ ਮਿਊਨਿਸਪਲ ਚੋਣਾਂ ਹੋਣ ਜਾ ਰਹੀਆਂ ਨੇ। ਵੱਖ-ਵੱਖ ਸਿਟੀਜ਼ ਦੀ ਗੱਲ ਕਰੀਏ ਤਾਂ ਇਸ ਵਾਰ ਵੱਖ-ਵੱਖ ਸਿਟੀ ਇਲੈਕਸ਼ਨਸ ਲਈ ਕਈ ਪੰਜਾਬੀ ਚਿਹਰੇ ਸਾਹਮਣੇ ਆਏ ਨੇ। ਬਰੈਂਪਟਨ ਦੀ ਗੱਲ ਕਰੀਏ ਤਾਂ ਬਰੈਂਪਟਨ ਦੀ ਮੇਅਰ ਦੀ ਦੌੜ ਵਿੱਚ ਇਸ ਵਾਰ ਪੰਜਾਬੀ ਚਿਹਰਿਆਂ ਵਿੱਚੋਂ ਇੱਕ ਨਾਂ ਹੈ ਬੌਬ ਸਿੰਘ ਦਾ, ਜਿਨ੍ਹਾਂ ਵੱਲੋਂ ਬੀਤੇ ਦਿਨੀ ਕੈਂਪੇਨ ਲਾਂਚ ਕੀਤੀ ਗਈ ਤੇ ਨਾਲ ਹੀ ਆਫਿਸ ਓਪਨਿੰਗ ਵੀ ਕੀਤੀ ਗਈ। 24 ਅਕਤੂਬਰ ਦੀਆਂ ਮਿਊਨਿਸਪਲ ਚੋਣਾਂ ਲਈ ਬਰੈਂਪਟਨ ਸਿਟੀ ਮੇਅਰ ਲਈ ਇਸ ਵਾਰ 6 ਉਮੀਦਵਾਰ ਚੋਣ ਮੈਦਾਨ ਵਿੱਚ ਨੇ, ਜਿਨ੍ਹਾਂ ਵਿੱਚੋਂ ਇੱਕ ਨਾਂ ਹੈ ਬੌਬ ਸਿੰਘ ਦਾ। ਬੌਬ ਸਿੰਘ ਵੱਲੋਂ ਬੀਤੇ ਦਿਨੀ ਮੇਅਰਲ ਕੈਂਪੇਨ ਲਾਂਚ ਕੀਤੀ ਗਈ ਤੇ ਨਾਲ ਹੀ ਆਫਿਸ ਓਪਨਿੰਗ ਵੀ ਕੀਤੀ ਗਈ। ਜਿਹੜੇ ਬਰੈਂਪਟਨ ਦੇ ਅੱਜ ਦੇ ਹਾਲਾਤ ਨੇ ਨਾ, ਉਹਨਾਂ ਨੂੰ ਦੇਖਦੇ ਹੋਏ ਮੈਂ ਇਸ ਕਰਕੇ ਮੇਅਰ ਦੀ ਚੋਣ ਲੜ ਰਿਹਾ। ਜੋ ਸਿਟੀ ਹਾਲ ਦੇ ਵਿੱਚ ਲੋਕ ਕੰਮ ਕਰਦੇ ਨੇ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਪ੍ਰੋਪਰ ਤਰੀਕੇ ਨਾਲ ਨਹੀਂ ਨਿਭਾਈ। ਸਿਟੀ ਕੌਂਸਲ ਆਪਸ ਵਿੱਚ ਡਿਵਾਈਡ ਹੋਈ ਆ, ਆਪਸ ਵਿੱਚ ਲੜੀ ਜਾ ਰਹੇ ਨੇ ਤੇ ਉਸ ਕਰਕੇ ਮੈਂ ਇਹ ਸੋਚਿਆ ਬਈ ਅਸੀਂ, ਸਾਡਾ ਸ਼ਹਿਰ ਹੈ, ਦੂਸਰੇ ਲੋਕਾਂ ਨੂੰ ਅਸੀਂ ਆਪਣੇ ਸ਼ਹਿਰ ਦੀ ਵਾਗਡੋਰ ਸੰਭਾਲੀ ਹੋਈ ਹੈ। ਦੇ ਡੂਇੰਗ ਵਾਟ ਐਵਰ ਦੇ ਵਾਂਟ। ਨੋ, ਸਾਡਾ ਬਰੈਂਪਟਨ ਸ਼ਹਿਰ ਹੈ, ਅਸੀਂ ਆਪਣੇ ਸ਼ਹਿਰ ਨੂੰ ਆਪ ਸੰਭਾਲਣਾ, ਕਰਪਸ਼ਨ ਖਤਮ ਕਰਨੀ ਬਿਲਕੁਲ, ਤੇ ਕ੍ਰਾਈਮ ਜਿਹੜਾ ਹੈ ਤੁਸੀਂ ਦੇਖ ਹੀ ਰਹੇ ਹੋ ਐਵਰੀ ਡੇ ਲੋਕਾਂ ਦੇ ਡਰਾਈਵ ਵਿੱਚ ਮਗਰ ਆ ਕੇ ਕਾਰ ਖੋਹ ਲਈ ਜਾਂਦੀ ਹੈ। 400 ਤੋਂ ਵੱਧ ਕਾਰਾਂ ਪੀਲ ਦੇ ਏਰੀਏ ਵਿੱਚ ਚੋਰੀ ਹੋ ਰਹੀਆਂ ਨੇ। ਇੰਨਾ ਕ੍ਰਾਈਮ ਬਰੈਂਪਟਨ ਦੇ ਵਿੱਚ, ਤੇ ਮੈਂ ਵਾਅਦਾ ਕਰਦਾ ਕਿ ਮੈਂ ਕ੍ਰਾਈਮ ਨੂੰ ਤੇ ਕਰਪਸ਼ਨ ਨੂੰ ਖਤਮ ਕਰਾਂਗਾ। ਇਸ ਮੌਕੇ ਉਹਨਾਂ ਦੇ ਸਮਰਥਨ ਵਿੱਚ ਵੱਡੀ ਤਾਦਾਦ ਵਿੱਚ ਬਰੈਂਪਟਨ ਵਾਸੀ ਮੌਜੂਦ ਸਨ। It's disheartening to see what's going on in Brampton today. When we look at our neighboring cities, we're wondering as if Brampton's being left behind. Our leaders are divided. Our city council members are not showing up to meetings. We're wondering what's left for Brampton. Are we being left behind? So Bob Dasant Singh, he's running to be the next mayor of Brampton, so that way he can get Brampton working again. We have three main objectives. ਅੱਜ ਅਸੀਂ ਸਾਰੇ ਇੱਥੇ ਮੌਜੂਦ ਹਾਂ ਬੌਬ ਦਸਾਂਝ ਸਿੰਘ ਦੀ ਕੈਂਪੇਨ ਜਿਹੜੀ ਅੱਜ ਲਾਂਚ ਹੋਈ ਹੈ ਵਿਲੀਅਮ ਪਾਰਕਵੇ ਇਨ ਬਰੈਂਪਟਨ। ਸੋ ਮੈਂ ਚਾਹਾਂਗੀ ਹਮੇਸ਼ਾ ਇੱਕ ਅਜਿਹੇ ਕੈਂਡੀਡੇਟ ਨੂੰ ਜ਼ਰੂਰ ਤੁਸੀਂ ਸਪੋਰਟ ਕਰੋ ਜਿਹੜਾ ਕਦੀ ਵੀ ਕਮਿਊਨਿਟੀ ਦੇ ਖਿਲਾਫ ਨਾ ਗਿਆ ਹੋਏ, ਜਿਹੜਾ ਹਮੇਸ਼ਾ ਕਮਿਊਨਿਟੀ ਦੇ ਲਈ ਤਿਆਰ ਹੋਵੇ, ਉਹਨਾਂ ਦੀ ਮਦਦ ਕਰਨ ਦੇ ਲਈ, ਜਿਹੜਾ ਹਮੇਸ਼ਾ ਸੋਚਦਾ ਹੋਵੇ ਦੂਜਿਆਂ ਦੇ ਬਾਰੇ ਪਹਿਲਾਂ ਆਪਣੇ ਆਪ ਤੋਂ। ਸੋ ਇੱਦਾਂ ਦਾ ਇੱਕ ਸਮਾਜ ਸੇਵਕ, ਇੱਦਾਂ ਦਾ ਇੱਕ ਮੇਅਰ ਸਾਡੇ ਸਮਾਜ ਨੂੰ ਜ਼ਰੂਰ ਚਾਹੀਦਾ ਹੈ, ਬਿਕੋਜ਼ ਅੱਜ ਕੱਲ੍ਹ ਦੇ ਵਕਤ ਦੇ ਵਿੱਚ ਸਾਡਾ ਸਮਾਜ, ਸਾਡਾ ਬਰੈਂਪਟਨ ਜਿਹੜਾ ਹੈ ਇੱਕ ਫਲਾਵਰ ਸਿਟੀ ਤੋਂ ਡਰੱਗ ਸਿਟੀ ਬਣਦਾ ਜਾ ਰਿਹਾ ਹੈ। ਬਹੁਤ ਸਾਰੇ ਜ਼ੁਲਮ ਹੋ ਰਹੇ ਹਨ, ਬਹੁਤ ਸਾਰੀਆਂ ਇੱਥੇ ਮਾਰਤਾੜ ਹੋ ਰਹੀਆਂ ਹਨ। ਵਾਪਸ ਫਲਾਵਰ ਸਿਟੀ ਬਣਾਉਣ ਦੇ ਲਈ ਸਾਨੂੰ ਇੱਕ ਅਜਿਹਾ ਮੇਅਰ ਚਾਹੀਦਾ ਹੈ ਜਿਹੜਾ ਕਿ ਮੈਨੂੰ ਲੱਗਦਾ ਕਿ ਬੌਬ ਦਸਾਂਝ ਸਿੰਘ ਹੋ ਸਕਦਾ ਹੈ, ਕਿਉਂਕਿ ਉਹਨਾਂ ਦੇ ਵਿੱਚ ਮੈਂ ਹਮੇਸ਼ਾ ਇੱਕ ਪੋਲਾਈਟਨੈਸ, ਇੱਕ ਹੰਬਲਨੈਸ ਦੇਖੀ ਹੈ, ਇੱਕ ਸਾਫ ਸੁਥਰਾ ਸੱਚਾ ਇਨਸਾਨ ਵੇਖਿਆ ਜਿਹੜਾ ਕਮਿਊਨਿਟੀ ਦੀ ਹਮੇਸ਼ਾ ਨਿਸਵਾਰਥ ਹੋ ਕੇ ਮਦਦ ਕਰਦਾ ਹੈ ਔਰ ਕਿਸੇ ਅਣਜਾਣ ਇਨਸਾਨ ਦੇ ਲਈ ਵੀ ਉਹ ਮਦਦ ਕਰਨ ਲਈ ਕਦੇ ਵੀ ਖੜਾ ਹੋ ਜਾਂਦਾ ਹੈ। ਸਾਂਝੇ ਭਾਈਚਾਰੇ ਦੀ ਸਾਂਝ ਬੜੇ ਭਾਈ ਬੌਬ ਸਿੰਘ ਦਸਾਂਝ ਦੇ ਕੰਪੇਨਿੰਗ ਲਾਂਚ ਤੇ ਆਏ ਹੋਏ ਆ ਤੇ ਭਾਈਚਾਰਾ ਹੁਮਮਾ ਕੇ ਆ ਰਿਹਾ ਤੇ ਅਸੀਂ ਬੈਸਟ ਵਿਸ਼ੇਸ ਦਿੰਦੇ ਆ। ਤੇ ਅੱਜ ਸਿਟੀ ਦੇ ਹਾਲਾਤ ਤੁਹਾਡੇ ਸਾਹਮਣੇ ਆ ਤੇ ਇਸ ਕਰਕੇ ਸਾਨੂੰ ਇੱਕ ਐਸਾ ਆਦਮੀ ਚਾਹੀਦਾ ਜੋ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲ ਸਕੇ। ਤੇ ਮੇਰੇ ਖਿਆਲ ਤੋਂ ਬੜੇ ਭਾਈ ਬੌਬ ਸਿੰਘ ਦਸਾਂਝ ਤੋਂ ਚੰਗੀ ਆਪਸ਼ਨ ਨਹੀਂ ਹੈ ਤੇ ਸਾਨੂੰ ਮਿਲ ਜੁਲ ਕੇ ਇਹਨਾਂ ਨੂੰ ਸਪੋਰਟ ਕਰਨੀ ਚਾਹੀਦੀ। ਬੌਬ ਸਿੰਘ ਬੀਤੇ ਕਈ ਸਾਲਾਂ ਤੋਂ ਐਥਨਿਕ ਮੀਡੀਆ ਦਾ ਚਰਚਿਤ ਚਿਹਰਾ ਨੇ ਤੇ ਕਈ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਮੋਹਰੀ ਰਹੇ ਨੇ ਤੇ ਹੁਣ ਬਰੈਂਪਟਨ ਸਿਟੀ ਦੇ ਮੇਅਰ ਲਈ ਉਮੀਦਵਾਰ ਨੇ, ਜੋ 5 ਹੋਰ ਉਮੀਦਵਾਰਾਂ ਨੂੰ ਟੱਕਰ ਦੇ ਰਹੇ ਨੇ। ਉਧਰ ਲੰਬੇ ਸਮੇਂ ਤੋਂ ਖਾਲਸਾ ਏਡ ਨਾਲ ਕੰਮ ਕਰਦੇ ਆ ਰਹੇ ਗੁਰਪ੍ਰਤਾਪ ਸਿੰਘ ਤੂਰ ਇਸ ਵਾਰ ਵਾਰਡ ਨੰਬਰ 9 ਤੇ 10 ਤੋਂ ਰੀਜਨਲ ਕਾਉਂਸਲਰ ਲਈ ਚੋਣ ਮੈਦਾਨ ਵਿੱਚ ਨੇ। ਉਹਨਾਂ ਵੱਲੋਂ ਵੀ ਬੀਤੇ ਦਿਨੀ ਆਪਣੀ ਚੋਣ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ ਤੇ ਆਫਿਸ ਓਪਨਿੰਗ ਕੀਤੀ ਗਈ। ਇਸ ਮੌਕੇ ਵੱਡੀ ਤਾਦਾਦ ਵਿੱਚ ਉਹਨਾਂ ਦੇ ਸਪੋਰਟਰਸ ਵੀ ਹਾਜ਼ਰ ਰਹੇ। ਬਰੈਂਪਟਨ ਵਿੱਚ ਹੋਣ ਜਾ ਰਹੇ ਮਿਊਨਿਸਪਲ ਇਲੈਕਸ਼ਨਸ ਵਿੱਚ ਕਈ ਪੰਜਾਬੀ ਉਮੀਦਵਾਰਾਂ ਨੇ ਹਿੱਸਾ ਲਿਆ ਹੈ। ਇਹ ਇਲੈਕਸ਼ਨ 24 ਅਕਤੂਬਰ ਨੂੰ ਹੋਣਗੇ, ਜਿਸ ਵਿੱਚ 4 ਅਹੁਦਿਆਂ ਵਾਸਤੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰਨਗੇ। ਇਹ 4 ਅਹੁਦੇ ਮੇਅਰ, ਸਿਟੀ ਕਾਉਂਸਲਰ, ਰੀਜਨਲ ਕਾਉਂਸਲਰ ਅਤੇ ਸਕੂਲ ਬੋਰਡ ਟਰਸਟੀ ਦੇ ਹਨ। ਬੀਤੇ ਦਿਨੀ ਰੀਜਨਲ ਕਾਉਂਸਲਰ ਦੀ ਦਾਅਵੇਦਾਰੀ ਵਾਸਤੇ ਪੰਜਾਬੀ ਉਮੀਦਵਾਰ ਗੁਰਪ੍ਰਤਾਪ ਸਿੰਘ ਤੂਰ ਵੱਲੋਂ ਚੁਣਾਵੀ ਕੈਂਪੇਨ ਦਾ ਆਗਾਜ਼ ਕੀਤਾ ਗਿਆ, ਜਿਸ ਵਿੱਚ ਬਰੈਂਪਟਨ ਦੇ ਸਾਬਕਾ ਮੇਅਰ ਲਿੰਡਾ ਜੈਫਰੀ ਨੇ ਵੀ ਸ਼ਿਰਕਤ ਕੀਤੀ ਅਤੇ ਗੁਰਪ੍ਰਤਾਪ ਸਿੰਘ ਦਾ ਸਮਰਥਨ ਕੀਤਾ।
ਗੁਰਪ੍ਰਤਾਪ ਵੱਲੋਂ ਉਹਨਾਂ ਦੇ ਚੁਣਾਵੀ ਮੁੱਦਿਆਂ ਬਾਰੇ ਵੀ ਦੱਸਿਆ ਗਿਆ ਅਤੇ ਬਰੈਂਪਟਨ ਦੇ 9 ਤੇ 10 ਵਾਰਡ ਦੇ ਨਿਵਾਸੀਆਂ ਵਾਸਤੇ ਉਹਨਾਂ ਦੀ ਯੋਜਨਾ ਬਾਰੇ ਵੀ ਜਾਣਕਾਰੀ ਲਿੱਤੀ। ਅੱਜ ਆਪਾਂ ਇੱਥੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਸਾਡੀ ਕੈਂਪੇਨ ਲਾਂਚ ਦੇ ਉੱਤੇ ਪਹੁੰਚੇ ਆ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਸਾਡੀ ਕੈਂਪੇਨ ਲਾਂਚ ਅੱਜ ਹੋ ਰਹੀ ਹੈ ਅਫੀਸ਼ੀਅਲੀ। ਡੋਰ ਨੌਕਿੰਗ ਕਰਦਿਆਂ ਨੂੰ ਕਾਫੀ ਸਮਾਂ ਹੋ ਗਿਆ ਹੈ, ਬਟ ਹੁਣ ਤੋਂ ਅੱਜ ਤੋਂ ਲੈ ਕੇ ਸਾਡੀ ਆਫਿਸ ਅਫੀਸ਼ੀਅਲੀ ਓਪਨ ਹੈਗੀ ਆ। ਸਾਡੀ ਕੈਂਪੇਨ ਹੁਣ ਜਾਰੀ ਹੈਗੀ ਆ। ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਸਾਡੀ ਸਪੋਰਟ ਦੇ ਵਿੱਚ ਜ਼ਰੂਰ ਆਵੋ, ਸਾਡੇ ਨਾਲ ਜੁੜੋ। ਤੁਸੀਂ ਮੈਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ, ਸਾਡੀ ਵੈਬਸਾਈਟ ਤੇ ਜਾ ਸਕਦੇ ਹੋ vote2.ca। and if you would like to see a change in our city in wards 9 and 10 ਕਿ ਆਪਾਂ ਚਾਹੁੰਦੇ ਕਿ ਸਾਨੂੰ better representation ਮਿਲੇ ਸਿਟੀ ਹਾਲ ਦੇ ਵਿੱਚ, ਤੇ ਜ਼ਰੂਰ ਸਾਡੇ ਨਾਲ ਜੁੜਨਾ। I'm here because he's a great young man. He's honest. He was a very hard worker in the mayor's office. He knows how to do the job. He knows the city. He's the kind of young man that gives back. I know he does a lot of seva, and he was in Ukraine earlier this year, which I know was a huge commitment. He's the kind of guy that comes out and shovels your lawn or your snow in the winter, and he's a young man that respects women, and he has the strength to do this job. So I hope that you will get out and vote in this municipal election and vote for Guratur as regional councillor in wards 9 and 10. ਉਹਨਾਂ ਦੇ ਸਮਰਥਕਾਂ ਵੱਲੋਂ ਵੀ ਉਹਨਾਂ ਦੇ ਹੱਕ 'ਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਮੈਂ ਇਸ ਯੰਗ ਨੌਜਵਾਨ ਗੁਰਪ੍ਰਤਾਪ ਦੀ ਸਪੋਰਟ ਕਰਨ ਵਾਸਤੇ ਆਇਆ। ਮੈਂ ਸਮਝਦਾ ਤੁਸੀਂ ਵੀ ਸਾਰੇ ਇਹਦੀ ਸਪੋਰਟ ਕਰੋ ਤਾਂ ਕਿ ਅਸੀਂ ਵਧੀਆ ਬੇਦਾਗ ਮਿਹਨਤੀ ਬੰਦੇ ਨੂੰ ਅੱਗੇ ਲੈ ਕੇ ਆਈਏ। ਜਿਸ ਤਰ੍ਹਾਂ ਕਿ ਪਹਿਲਾਂ ਕਾਉਂਸਲਰ ਹੋ ਰਹੇ ਨੇ ਇੱਥੇ, ਉਹਨਾਂ 'ਤੇ ਕਿੰਨੇ ਦਾਗ ਨੇ, ਕਿੰਨਾ ਬਦਨਾਮੀ ਹੋਈ ਆ, ਪਰ ਮੈਂ ਚਾਹੁੰਦਾ ਕਿ ਆਪਾਂ ਨੂੰ ਉਸ ਚੀਜ਼ ਨੂੰ ਬਦਲਣਾ ਚਾਹੀਦਾ। ਸਾਨੂੰ ਇਹੋ ਜਿਹੇ ਮੁੰਡੇ ਲੈ ਕੇ ਆਉਣੇ ਚਾਹੀਦੇ ਜੋ ਬੇਦਾਗ ਨੇ, ਕਮਿਊਨਿਟੀ ਦਾ ਨਾਂ ਅੱਗੇ ਲੈ ਕੇ ਜਾਣ, ਨਾ ਕਿ ਇਹੋ ਜਿਹੇ ਬੰਦੇ ਅੱਗੇ ਜਾਣ ਜਿਨ੍ਹਾਂ 'ਤੇ ਦਾਗ ਲੱਗੇ ਹੋਣ ਕਿ ਲੋਕੀ ਬਾਹਰਲੇ ਗੱਲਾਂ ਕਰਨ ਕਿ ਇਹਨਾਂ 'ਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ। ਮੈਂ ਸਮਝਦਾ ਕਿ ਇਸ ਵੇਲੇ ਵਾਰਡ 9-10 ਤੋਂ ਰੀਜਨਲ ਕੌਂਸਲ ਦੇ ਲਈ ਲਾਇਕ ਕੈਂਡੀਡੇਟ ਹੈਗਾ ਗੁਰਪ੍ਰਤਾਪ। I'm so excited to be here today for the campaign launch of Gurpratap Tour. ਬਹੁਤ ਮਾਣ ਵਾਲੀ ਗੱਲ ਹੈ ਵੀ ਗੁਰਪ੍ਰਤਾਪ ਬਰੈਂਪਟਨ ਦੀ ਸੇਵਾ ਹਮੇਸ਼ਾ ਤੋਂ ਕਰਦੇ ਆ ਰਿਹਾ। He's always served people quite selflessly, not as a means to an end, but just because he wanted to. He's always served people in various roles in the community. Khalsa Aid di taur de World Sikh Organization de sevadar ban ke ਸਾਰਿਆਂ ਦੀ ਬਹੁਤ ਸੇਵਾ ਕੀਤੀ, and he's absolutely the right person to be doing this work in the city of Brampton and for the city of Brampton. The biggest thing is that he creates a safer world for everyone. So for bibiyan li, bachchiyan li, for women, for people of all genders, he has constantly fought to make sure that Brampton is a livable city and is a safe city for everyone. ਗੁਰਪ੍ਰਤਾਪ ਵਾਰਡ 9 ਤੇ 10 ਤੋਂ ਚੁਣਾਵ ਲੜ ਰਹੇ ਨੇ, ਜਿੱਥੇ ਉਹਨਾਂ ਦੇ ਮੁਕਾਬਲੇ 'ਚ 6 ਹੋਰ ਪ੍ਰਤੀਯੋਗੀ ਵੀ ਇਸ ਦਾਅਵੇਦਾਰੀ ਲਈ ਚੋਣ ਮੈਦਾਨ 'ਚ ਉਤਰੇ ਹਨ। ਤੇ ਹੁਣ ਗੱਲ ਕਰਦੇ ਹਾਂ ਬਰੈਂਪਟਨ ਦੇ ਵਾਰਡ ਨੰਬਰ 7 ਤੇ 8 ਦੀ, ਜਿੱਥੇ ਸਿਟੀ ਕਾਉਂਸਲਰ ਲਈ ਉਮੀਦਵਾਰ ਜਸਕਰਨ ਸੰਧੂ ਤੇ ਪੀਲ ਸਕੂਲ ਟਰਸਟੀ ਲਈ ਉਮੀਦਵਾਰ ਪ੍ਰਦੀਪ ਸੰਗੇਰਾ ਵੱਲੋਂ ਰਲ ਕੇ ਕੈਂਪੇਨ ਲਾਂਚ ਕੀਤੀ ਗਈ ਤੇ ਆਫਿਸ ਓਪਨਿੰਗ ਕੀਤੀ ਗਈ। ਬਰੈਂਪਟਨ ਸਿਟੀ ਦੀਆਂ ਮਿਊਨਿਸਪਲ ਚੋਣਾਂ ਲਈ ਹੁਣ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਇਸੇ ਤਹਿਤ ਵਾਰਡ ਨੰਬਰ 7 ਤੇ 8 ਤੋਂ ਸਿਟੀ ਕਾਉਂਸਲਰ ਲਈ ਉਮੀਦਵਾਰ ਜਸਕਰਨ ਸੰਧੂ ਤੇ ਪੀਲ ਸਕੂਲ ਟਰਸਟੀ ਲਈ ਉਮੀਦਵਾਰ ਪ੍ਰਦੀਪ ਸੰਗੇੜਾ ਵੱਲੋਂ ਸਾਂਝੇ ਤੌਰ ਤੇ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ ਤੇ ਆਫਿਸ ਓਪਨਿੰਗ ਕੀਤੀ ਗਈ। ਵਧੀਆ ਮੌਕਾ ਜੀ, ਇੱਥੇ ਕੋਈ ਵਧੀਆ ਆਪਣੇ ਕਮਿਊਨਿਟੀ ਵੱਲੋਂ ਕੋਈ ਜਾਵੇ ਸਿਟੀ ਹਾਲ 'ਚ ਆਪਣੇ ਆਵਾਜ਼ ਉਠਾਉਣ ਲਈ, ਕਮਿਊਨਿਟੀ ਲਈ। ਸਾਡਾ ਇਹੀ ਕੋਸ਼ਿਸ਼ ਆ ਜੀ ਹਰੇਕ ਰੈਜ਼ੀਡੈਂਟ ਨਾਲ ਗੱਲਬਾਤ ਕਰੀਏ ਤੇ ਹਰੇਕ ਰੈਜ਼ੀਡੈਂਟਸ ਦੀ ਇਸ਼ੂ ਸੁਣੀਏ ਤੇ ਜਿਹੜੀਆਂ ਵੱਖਰੀਆਂ ਪ੍ਰੋਬਲਮਸ ਹੈਗੀਆਂ ਆਪਣੇ ਵੱਖਰੇ ਜਿਹੜੇ ਨੇਬਰਹੁਡਸ 'ਚ, ਵੀ ਵਾਂਟ ਟੂ ਬੀ ਏਬਲ ਟੂ ਰੇਜ਼ ਆਲ ਦੋਜ਼ ਇਸ਼ੂਜ਼ ਐਟ ਸਿਟੀ ਹਾਲ। ਤੇ ਗੱਲ ਸ਼ੁਰੂ ਤੇ ਮੁੱਕਦੀ ਹੁੰਦੀ ਆ ਵੈਸੇ ਕਸਟਮਰ ਸਰਵਿਸ 'ਤੇ। ਆਪਣੇ ਜਿਹੜੇ ਰੈਜ਼ੀਡੈਂਟਸ ਆ ਉਹ ਚਾਹੁੰਦੇ ਆ ਇਹੋ ਜਿਹਾ ਕਾਉਂਸਲਰ ਹੋਵੇ ਜਿਹੜਾ ਜਦੋਂ ਕੋਈ ਇਸ਼ੂ ਹੋਵੇ ਐਂਡ ਦੇ ਰੀਚ ਆਊਟ ਟੂ ਸਿਟੀ ਹਾਲ, ਅੱਗੇ ਉਹ ਜਵਾਬ ਮਿਲੇ ਤੇ ਕਾਉਂਸਲਰ ਸਾਊਂਡ ਦੈਟ ਵਰਕਸ ਵੈਰੀ ਹਾਰਡ ਔਨ ਸੋਲਵਿੰਗ ਦੋਜ਼ ਪ੍ਰੋਬਲਮਸ। ਇਸ ਰੋਲ ਦੇ ਵਿੱਚ ਆਪਾਂ ਤਾਂ ਆ ਰਹੇ ਹਾਂ ਕਿਉਂਕਿ ਇੱਕ ਸਟੂਡੈਂਟ ਹੋਣ ਦੇ ਕਾਰਨ ਬਹੁਤ ਨਜ਼ਦੀਕੀ ਨਾਲ ਦੇਖਿਆ ਵਾ ਕਿ ਕਿਹੜੀਆਂ ਪ੍ਰੋਬਲਮਸ ਪੀਐਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਹਨ। ਪਰ ਆਲਸੋ ਇਹ ਵੀ ਹਾਈਲਾਈਟ ਕਰਨਾ ਚਾਹਾਂਗੇ ਕਿ ਪੀਐਲ ਡਿਸਟ੍ਰਿਕਟ ਨੇ ਆਪਣੇ ਬਰੈਂਪਟਨ ਸਟੂਡੈਂਟਾਂ ਨੂੰ ਓਪਰਚੁਨਿਟੀਜ਼ ਵੀ ਬਹੁਤ ਦਿੱਤੀਆਂ ਨੇ। ਅੱਗੇ ਜਾਂਦੇ ਹੋਇਆਂ ਆਪਾਂ ਚਾਹੁੰਦੇ ਹਾਂ ਕਿ ਆਪਾਂ ਕਮਿਊਨਿਟੀ ਦੇ ਵਾਸਤੇ ਖੜ ਸਕੀਏ ਤੇ ਸਟੂਡੈਂਟਸ, ਟੀਚਰਸ, ਪੇਰੈਂਟਸ ਦੀ ਬ੍ਰਿਜਸ ਬਣਾ ਸਕੀਏ, ਸਟਰੋਂਗਰ ਕਮਿਊਨਿਟੀਜ਼ ਕ੍ਰੀਏਟ ਕਰ ਸਕੀਏ। ਇਹ ਦੋਨੇ ਬਹੁਤ ਯੰਗ ਕੈਂਡੀਡੇਟਸ ਨੇ ਜਿਹੜੇ ਆਪਣੇ ਜ਼ਰੂਰੀ ਚਾਹੀਦੇ ਨੇ। ਬਹੁਤ ਇੰਪੋਰਟੈਂਟ ਆ ਕਿ ਜਿਹੜਾ ਸਾਡੇ ਹੁਣ ਪੀਐਲ ਬੋਰਡ 'ਚ ਸਿਟੀ ਕਾਉਂਸਲ ਕਮੇਟੀ ਦੇ ਵਿੱਚ ਸਾਰੇ ਜਿਹੜੇ ਇੱਥੋਂ ਦੇ ਜੰਪਲ ਨੇ ਉਹ ਇੱਥੇ ਬਹਿਣ
ਤੇ ਇਸ ਲਈ ਤੁਸੀਂ ਜ਼ਰੂਰ ਆਇਓ, ਜ਼ਰੂਰ ਇਹਨਾਂ ਨਾਲ ਗੱਲ ਕਰੋ ਤੇ ਜ਼ਰੂਰ ਅਕਤੂਬਰ 24 ਨੂੰ ਇਹਨਾਂ ਨੇ ਵੋਟ ਪਾਇਓ। ਜਸਕਰਨ ਸਿੰਘ ਸੰਧੂ ਵਰਗੇ ਜਿਹੜੇ ਸਿਟੀ ਕੌਂਸਲਰ ਲਈ ਇੱਥੋਂ ਚੋਣ ਲੜ ਰਹੇ ਆ, ਇੱਥੋਂ ਦੇ ਪੜ੍ਹੇ ਲਿਖੇ ਤੇ ਚੰਗੇ ਲਾਇਰਾਂ 'ਚੋਂ ਹੈ। ਮੈਂ ਬਹੁਤ ਚੰਗੀ ਤਰ੍ਹਾਂ ਇਹ ਸਿਟੀ ਦੇ ਮਸਲਿਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ। ਸਾਨੂੰ ਇਹਨਾਂ 'ਤੇ ਬਹੁਤ ਪ੍ਰਾਊਡ ਆ ਵੀ ਸਾਡੇ ਸਿਟੀ ਨੂੰ ਅੱਗੇ ਲੈ ਕੇ ਜਾਣਗੇ ਤੇ ਇਸੇ ਕਰਕੇ ਅਸੀਂ ਇਹਨਾਂ ਦੇ ਚੰਗੇ ਬੱਚਿਆਂ ਦੀ, ਇੱਥੋਂ ਦੇ ਪੜ੍ਹੇ ਲਿਖੇ ਤੇ ਓਨੈਸਟ ਬੱਚਿਆਂ ਦੀ ਅਸੀਂ ਸਪੋਰਟ ਦਿਲੋਂ ਕਰਦੇ ਆ। ਅਸੀਂ ਇਹੀ ਚਾਹੁੰਦੇ ਹਾਂ ਵੀ ਸਾਡੇ ਬੱਚੇ ਇੱਥੋਂ ਦੇ ਜਿਹੜੇ ਜੰਪਲ ਹੈਗੇ ਆ, ਇਹਨਾਂ ਨੂੰ ਮੌਕਾ ਦਿੱਤਾ ਜਾਵੇ ਤੇ ਅੱਗੇ ਜਾ ਕੇ ਸਾਡੀ ਸਿਟੀ ਨੂੰ ਹੋਰ ਤਰੱਕੀ ਮਿਲੇ ਤੇ ਲੋਕਾਂ ਨੂੰ ਜਿਹੜਾ ਰੂਲ ਐਂਡ ਰੈਗੂਲੇਸ਼ਨ ਦਾ ਹੋਇਆ ਪਿਆ ਜਾਂ ਹੋਰ ਸਾਡੇ ਸਿਟੀ ਨਾਲ ਕੰਸਰਨ ਮਸਲੇ ਆ, ਇਹ ਬਹੁਤ ਚੰਗੀ ਤਰ੍ਹਾਂ ਵਾਕਾਫ ਹੈਗੇ ਆ ਤੇ ਇਹ ਚੰਗੀ ਤਰ੍ਹਾਂ ਉੱਥੇ ਰੇਜ਼ ਕਰਨਗੇ। ਸਾਨੂੰ ਇਹਨਾਂ ਤੇ ਬਹੁਤ ਮਾਣ ਹੈ। ਜ਼ਿਕਰਯੋਗ ਹੈ ਕਿ ਮਿਊਨਿਸਪਲ ਚੋਣਾਂ ਲਈ ਵੋਟਾਂ 24 ਅਕਤੂਬਰ ਨੂੰ ਪੈਣਗੀਆਂ, ਜਿਸ ਦਿਨ ਦੀਵਾਲੀ ਦਾ ਤਿਉਹਾਰ ਵੀ ਹੈ। ਸੋ ਅਸੀਂ ਵੀ ਵੋਟਰਸ ਨੂੰ ਇਹੀ ਅਪੀਲ ਕਰਾਂਗੇ ਕਿ ਜੇ ਦੀਵਾਲੀ ਵਾਲੇ ਦਿਨ ਤੁਸੀਂ ਵੋਟ ਪਾਉਣ ਨਹੀਂ ਜਾ ਸਕਦੇ ਤਾਂ 5 ਦਿਨ ਐਡਵਾਂਸ ਪੋਲ ਦੇ ਵੀ ਰੱਖੇ ਜਾਣਗੇ। ਸੋ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰੋ ਤੇ ਵੋਟ ਜ਼ਰੂਰ ਪਾਓ। ਕੈਮਰਾਮੈਨ ਰੀਤ ਇੰਦਰ ਗਰੇਵਾਲ ਦੇ ਨਾਲ ਰੁਪਿੰਦਰ ਕੌਰ, PTC ਨਿਊਜ਼, ਬ੍ਰੈਂਪਟਨ, ਕੈਨੇਡਾ। NRI ਵਰਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ NRI ਵਰਡ ਦਾ ਸਫ਼ਰ ਇਸੇ ਤਰ੍ਹਾਂ ਜਾਰੀ ਰਹੇਗਾ। ਤੁਸੀਂ ਬਣੇ ਰਹੋ ਸਾਡੇ ਨਾਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਲਟਨ ਦੇ ਗੁਰਦੁਆਰਾ ਗੁਰੂ ਸਿੰਘ ਸਭਾ ਵੱਲੋਂ ਨਗਰ ਕੀਰਤਨ ਸਜਾਇਆ ਗਿਆ, ਜਿਸ ਦੀ ਸਮਾਪਤੀ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਆ ਕੇ ਹੀ ਹੋਈ। ਵੱਡੀ ਤਾਦਾਦ ਵਿੱਚ ਸੰਗਤਾਂ ਨੇ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ। ਨਗਰ ਕੀਰਤਨ ਵਿੱਚ ਜੁੜੀਆਂ ਸੰਗਤਾਂ ਵਿੱਚ ਕਾਫੀ ਖੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ। ਅਰਦਾਸ ਤੋਂ ਬਾਅਦ ਇਹ ਨਗਰ ਕੀਰਤਨ ਦਾ ਆਗਾਜ਼ ਹੋਇਆ, ਜਿਸ ਤੋਂ ਬਾਅਦ ਪਾਲਕੀ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪ੍ਰਕਾਸ਼ ਕੀਤਾ ਗਿਆ। ਪਾਲਕੀ ਸਾਹਿਬ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ। ਕੋਵਿਡ ਦੇ ਚਲਦਿਆਂ ਇਹ ਨਗਰ ਕੀਰਤਨ ਪਿਛਲੇ ਕੁਝ ਸਾਲਾਂ ਤੋਂ ਨਹੀਂ ਹੋ ਪਾ ਰਿਹਾ ਸੀ, ਪਰ ਇਸ ਸਾਲ ਸੰਗਤਾਂ ਨੇ ਇਸ ਨਗਰ ਕੀਰਤਨ ਦਾ ਖੂਬ ਆਨੰਦ ਮਾਣਿਆ। ਅੱਜ ਮਹਾਨ ਨਗਰ ਕੀਰਤਨ ਹੋ ਰਿਹਾ ਹਨ ਜੀ ਮਾਲਟਨ ਗੁਰਦੁਆਰਾ ਸਾਹਿਬ ਵੱਲੋਂ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁਗੋ ਜੁਗ ਅਟਲ ਸਤਿਗੁਰੂ ਜੀ ਦੇ ਜਿਹੜਾ ਪਹਿਲਾ ਪ੍ਰਕਾਸ਼ ਪੁਰਬ ਸੀ, ਉਸ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਹੋ ਰਹੇ ਹਨ ਜੀ। ਸੋ ਅੱਜ ਇਹ ਮਹਾਨ ਨਗਰ ਕੀਰਤਨ ਹੋ ਰਹੇ ਹਨ ਜੀ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਲੜ ਲੱਗ ਕੇ, ਅੰਮ੍ਰਿਤ ਛਕ ਕੇ, ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੀਏ। ਕੈਨੇਡਾ ਦੇ ਵਿੱਚ ਆਏ ਹਾਂ, ਵਧੀਆ ਆਪਣਾ ਜੀਵਨ ਸਫਰ ਕਰੀਏ ਜੀ। ਕੈਨੇਡਾ ਵਰਗੇ ਮੁਲਕਾਂ ਨੂੰ ਵਧੀਆ ਆਪਾਂ ਬਣਾਈਏ, ਇਸ ਦੇ ਵਿੱਚ ਯੋਗਦਾਨ ਪਾਈਏ ਔਰ ਸਤਿਗੁਰਾਂ ਦਾ ਉਪਦੇਸ਼ ਜੋ ਹੈ ਘਰ ਘਰ ਪਹੁੰਚਾਈਏ। ਇੰਨੀਆਂ ਹੀ ਬੇਨਤੀਆਂ ਹਨ ਜੀ। ਨਗਰ ਕੀਰਤਨ ਦੀਆਂ ਰੌਣਕਾਂ ਤੁਸੀਂ ਦੇਖ ਰਹੇ ਹੋ ਜੀ। ਆਪਾਂ ਸ਼ਬਦ ਲੰਗਰ ਲਾਇਆ ਹੋਇਆ ਮਹਾਰਾਜ ਦੀ ਕਿਰਪਾ ਨਾਲ। ਜਿੰਨੀਆਂ ਵੀ ਤੁਸੀਂ ਮੈਂ ਆਪਣੀਆਂ ਇਤਿਹਾਸ ਦੀਆਂ ਅਧਿਆਤਮਿਕ ਬੁੱਕਸ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆ ਬਾਰੀਆਂ, ਸਾਰੇ ਫ੍ਰੀ ਸ਼ਬਦ ਦਾ ਲੰਗਰ ਹੈਗਾ ਜੀ। ਸੰਗਤ ਆ ਰਹੀ ਹੈ, ਲੈ ਕੇ ਜਾ ਰਹੀ ਹੈ। ਇੱਧਰ ਸਟਾਲਾਂ ਲੱਗੀਆਂ ਹੋਈਆਂ ਨੇ, ਲੰਗਰ ਛਕ ਰਹੇ ਨੇ। ਮਹਾਰਾਜ ਦੇ ਤੇ ਪ੍ਰਕਾਸ਼ ਦੀਆਂ ਗੱਲਾਂ ਹੀ ਕੀ ਕਹਿ ਸਕਦੇ ਹਾਂ ਜੀ, ਤਾਂ ਰੋਜ਼ ਹੀ ਹੈ ਸਾਡੇ ਵਾਸਤੇ ਤਾਂ। ਪਰ ਅੱਜ ਅੱਜ ਦਿਹਾੜਾ ਕਿੰਨਾ ਵਾਤਾਵਰਨ ਵੀ ਚੰਗਾ ਹੈਗਾ, ਵੈਦਰ ਵੀ ਨਾਈਸ ਹੈ। ਸਾਡੇ ਸਾਹਮਣੇ ਮਹਾਰਾਜ ਦੀ ਪਾਲਕੀ ਹੈ, ਇਹਦੇ ਵਰਗਾ ਨਜ਼ਾਰਾ ਕਿੱਥੇ ਹੋਊਗਾ ਜੀ। ਸਾਨੂੰ ਤਾਂ ਇਦਾਂ ਲੱਗਦਾ ਜਿਵੇਂ ਅਸੀਂ ਅਨੰਦਪੁਰ ਦੀ ਧਰਤੀ ਤੇ ਹਾਂ ਜੀ। ਸੋ ਜਿੱਦਾਂ ਕਿ ਅੱਜ ਨਗਰ ਕੀਰਤਨ ਹੈਗਾ, ਤੁਹਾਨੂੰ ਇੱਥੇ ਆ ਕੇ ਕਿਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗਿਆ ਜੀ। ਆਪਣੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਵੇਖਿਆ ਗਿਆ, ਜੋ ਕਿ ਵਿਦੇਸ਼ਾਂ ਵਿੱਚ ਬੈਠੀ ਸੰਗਤ ਅੱਜ ਬਹੁਤ ਖੁਸ਼ੀ ਮਨਾ ਰਹੀ ਆ ਪ੍ਰਕਾਸ਼ ਉਤਸਵ ਦੀ ਦਿਹਾੜੀ ਦੇ। ਤੇ ਅਸੀਂ ਬਹੁਤ ਖੁਸ਼ ਹਾਂ ਕਿ ਇੰਨੀ ਸੰਗਤ ਦਾ ਉਤਸ਼ਾਹ ਵੇਖ ਕੇ ਅਸੀਂ ਬਹੁਤ ਖੁਸ਼ ਹੋਏ। ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੇ ਵਿੱਚ ਨਗਰ ਕੀਰਤਨ ਸਜਾਏ ਜਾਂਦੇ ਨੇ। ਸੋ ਜੋ ਟੋਰਾਂਟੋ ਭਰ ਦੀ ਸੰਗਤ ਸ਼ਮੂਲੀਅਤ ਕਰਦੀ ਆ, ਤੋ ਮਹਾਰਾਜ ਦਾ ਪਹਿਲਾ ਪ੍ਰਕਾਸ਼ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੱਚੇ ਪਾਤਸ਼ਾਹ ਨੇ ਆਪ ਕਰਵਾਇਆ, ਤੇ ਇਸੇ ਹੀ ਖੁਸ਼ੀ ਦੇ ਵਿੱਚ ਸਾਰੀਆਂ ਸੰਗਤਾਂ ਰਲਦੀਆਂ ਨੇ ਤੇ ਨਗਰ ਕੀਰਤਨ ਕੱਢਦੀਆਂ ਨੇ। ਅਸੀਂ ਨਿਆਣਿਆਂ ਨੂੰ, ਸਮੂਹ ਸੰਗਤਾਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਆਪਣੇ ਇਤਿਹਾਸ ਜੋ ਕੁਰਬਾਨੀਆਂ ਕਰ ਗਏ ਨੇ ਪੁਰਾਣੇ ਸਿੱਖ, ਉਹਨਾਂ ਨੂੰ ਜ਼ਰੂਰ ਦੇਖੋ ਤੇ ਸਿੱਖੀ ਨਾਲ ਜੁੜੋ। ਇਹ ਜਿਹੜੀ ਪਰਿਵਾਰਾਂ ਦੀ ਸੇਵਾ ਚੱਲਦੀ ਹੈ, ਦਸਤਾਰਾਂ ਸਜਾਉਂਦੇ ਨੇ ਸਿੰਘ ਬਹੁਤ ਸਾਲਾਂ ਤੋਂ। ਬੱਚੇ ਬਹੁਤ ਖੁਸ਼ ਹੋ ਕੇ ਆ ਕੇ ਦਸਤਾਰਾਂ ਬੰਨ੍ਹਦੇ ਤੇ ਸਜਾਉਂਦੇ ਨੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਜਿਹੜਾ ਪੁਰਬ ਮਨਾ ਰਹੀਆਂ ਨੇ। ਸੋ ਇਹੀ ਬੇਨਤੀ ਕਰਾਂਗਾ ਸਾਰੀਆਂ ਸੰਗਤਾਂ ਨੂੰ ਕਿ ਇਸੇ ਤਰ੍ਹਾਂ ਵੱਧ ਚੜ੍ਹ ਕੇ ਆਓ, ਗੁਰੂ ਚਰਨਾਂ ਨਾਲ ਜੁੜੀਏ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਸ਼ਬਦ ਵਿੱਚ ਅਥਾਹ ਅੰਮ੍ਰਿਤ ਹੈ, ਜਿਹਦੀ ਜ਼ਿੰਦਗੀ ਵਿੱਚ ਇਹ ਅੰਮ੍ਰਿਤ ਆ ਗਿਆ, ਜਿਹਨੇ ਸ਼ਬਦ ਨੂੰ ਆਪਣਾ
ਆਪਣੇ ਤਨ ਮਨ ਅੰਦਰ ਜੋੜ ਲਿਆ, ਉਹਦੇ ਜੀਵਨ ਦਾ ਪਾਰ ਉਤਾਰਾ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਮੁਬਾਰਕਾਂ ਦਿੰਦੇ ਹਾਂ। ਅਸੀਂ ਇੱਥੇ ਸਿੱਖ ਮੋਟਰਸਾਈਕਲ ਕਲੱਬ ਦਾ ਰਾਈਡ ਕਰਨ ਲੱਗੇ ਹਾਂ ਤੇ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮਹਾਨ ਨਗਰ ਕੀਰਤਨ ਵਿੱਚ ਪਹੁੰਚ ਕੇ ਗੁਰੂ ਸਾਹਿਬ ਦੀਆਂ ਆਸ਼ੀਰਵਾਦ ਦਿੱਤੀਆਂ ਜਾਵੇ। ਸੇਵਾਦਾਰਾਂ ਵੱਲੋਂ ਵੱਖ-ਵੱਖ ਤਰੀਕੇ ਦੇ ਲੰਗਰ ਦੇ ਸਟਾਲਸ ਲਾਏ ਗਏ, ਜਿਸ ਵਿੱਚ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਉਪਲਕਸ਼ ਵਿੱਚ ਆਯੋਜਿਤ ਕੀਤਾ ਗਿਆ ਸੀ। ਉਧਰ ਬ੍ਰੈਂਪਟਨ ਦੇ ਖਾਲਸਾ ਸਕੂਲ ਵਿਖੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਲ ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬ੍ਰੈਂਪਟਨ ਦੇ ਖਾਲਸਾ ਸਕੂਲ ਵਿੱਚ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਸਕੂਲ ਦੀ ਬਿਲਡਿੰਗ ਵਿੱਚ ਹੀ ਕੱਢਿਆ ਗਿਆ ਸੀ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢੇ ਗਏ ਨਗਰ ਕੀਰਤਨ ਵਿੱਚ ਸਕੂਲ ਦੇ ਵਿਦਿਆਰਥੀਆਂ, ਇਹਨਾਂ ਦੇ ਮਾਪੇ ਅਤੇ ਅਧਿਆਪਕਾਂ ਨੇ ਹਾਜ਼ਰੀ ਭਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਰ ਸਾਹਿਬ ਤੇ ਛਤਰ ਦੀ ਸੇਵਾ ਵਿਦਿਆਰਥੀਆਂ ਵੱਲੋਂ ਨਿਭਾਈ ਗਈ। ਸਾਰੀਆਂ ਕਲਾਸਾਂ ਵਿੱਚ ਵਿਦਿਆਰਥੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਵੀ ਦਿੱਤੀ ਗਈ। Our celebrations are Nagar Kirtan for Guru Granth Sahib Ji's Pehla Prakash Divas, and after 2 years we have been able to celebrate as a whole school. So we're super excited about the continuity of our traditions. This school year is going to be fabulous. We started our day with assembly where we did Shabad Kirtan, did Ardas, had a Hukamnama, and now we are celebrating what is an important day in our history with our Nagar Kirtan. So as a school, we think it's our responsibility to have the children aware and get together to celebrate. So one of these celebrations is today, and it's in full swing. As you can see, all the children are super excited. We had everybody's had their prasad, and we're very happy to be together. As you can see, we're having a very big function to commemorate the installment of the Sri Guru Granth Sahib. You can see that the students are involved in performing kirtan, performing bands, and they're conducting a Nagar Kirtan around the premises of the school. ਖਾਲਸਾ ਕਮਿਊਨਿਟੀ ਸਕੂਲ ਵਿਖੇ ਅਸੀਂ ਸਾਰੇ ਇਕੱਠੇ ਹੋ ਕੇ ਗੁਰਪੁਰਬ ਮਨਾਉਂਦੇ ਹਾਂ। ਅੱਜ ਅਸੀਂ ਖਾਲਸਾ ਕਮਿਊਨਿਟੀ ਸਕੂਲ ਦੇ ਸਾਰੇ ਵਿਦਿਆਰਥੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਮਨਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ 1604 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤਾ ਗਿਆ ਸੀ। ਬਾਬਾ ਬੁੱਢਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਹੁਕਮਨਾਮਾ ਲੈਣ ਦਾ ਮਾਣ ਪ੍ਰਾਪਤ ਹੋਇਆ। ਅਸੀਂ ontario curriculum ਦੇ ਨਾਲ ਪੰਜਾਬੀ, ਗੁਰਮੁਖੀ ਤੇ ਕੀਰਤਨ ਸਿੱਖਦੇ ਹਾਂ। ਮਾਰਨਿੰਗ ਅਸੈਂਬਲੀ ਤੇ ਜਾਂਦੇ ਹਾਂ, ਮੱਥਾ ਟੇਕਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸ਼ਬਦ ਕੀਰਤਨ ਸੁਣਦੇ ਹਾਂ, ਅਰਦਾਸ ਸੁਣਦੇ ਹਾਂ ਤੇ ਹੁਕਮਨਾਮਾ ਸੁਣਦੇ ਹਾਂ। ਮੈਨੂੰ ਬਹੁਤ ਮਾਣ ਹੈ ਕਿ ਮੇਰੇ ਦੋਨੇ ਬੱਚੇ ਪਿਛਲੇ ਜਦੋਂ ਤੋਂ ਪੜ੍ਹਾਈ ਉਹਨਾਂ ਨੇ ਸ਼ੁਰੂ ਕੀਤੀ ਹੈ ਉਹ ਖਾਲਸਾ ਕਮਿਊਨਿਟੀ ਸਕੂਲ ਦੇ ਸਟੂਡੈਂਟ ਹੀ ਨੇ, ਤੇ ਇਸ ਸਕੂਲ ਦੇ ਵਿੱਚ ਪੜ੍ਹਦੇ ਹੋਏ ਉਹਨਾਂ ਨੇ ਬਹੁਤ ਕੁਝ ਸਿੱਖਿਆ ਹੈ ਜੋ ਸ਼ਾਇਦ ਅਸੀਂ ਪੇਰੈਂਟ ਹੁੰਦੇ ਹੋਏ ਉਹਨਾਂ ਤੇ ਜ਼ੋਰ ਨਹੀਂ ਲਗਾ ਸਕਦੇ ਸੀ। ਬੱਚਿਆਂ ਨੂੰ ਉਰੇ ਪਾਠ ਵੀ ਸਿਖਾਇਆ ਜਾਂਦਾ ਹੈ, ਕੀਰਤਨ ਵੀ ਸਿਖਾਇਆ ਜਾਂਦਾ ਹੈ, ਅਤੇ ਨਾਲ ਦੀ ਨਾਲ ਸਕੂਲ ਦੇ ਵਿੱਚ ਜੋ ਐਕੈਡੈਮਿਕ ਪੜ੍ਹਾਈ ਸਾਰੀ ਉਹ ਸਾਰਾ ਬਹੁਤ ਹੀ ਵਧੀਆ ਹੁੰਦਾ ਹੈ। ਅਤੇ ਅੱਜ ਜਿਵੇਂ ਅਸੀਂ ਉਰੇ ਸਾਰੇ ਆਏ ਹਾਂ ਤਾਂ ਅੱਜ ਪ੍ਰਕਾਸ਼ ਉਤਸਵ ਦੀ ਖੁਸ਼ੀ ਦੇ ਵਿੱਚ ਨਗਰ ਕੀਰਤਨ ਕੀਤਾ ਗਿਆ ਹੈ, ਅਤੇ ਉਂਝ ਵੀ ਉਰੇ ਹਰ ਸਾਲ ਇੱਦਾਂ ਨਗਰ ਕੀਰਤਨ ਕੀਤਾ ਜਾਂਦਾ ਹੈ ਔਰ ਬੱਚੇ ਬਹੁਤ ਹੀ ਜੋਸ਼ ਦੇ ਨਾਲ ਔਰ ਭਾਵਨਾ ਦੇ ਨਾਲ ਉਸ ਨੂੰ ਅਟੈਂਡ ਕਰਦੇ ਨੇ। ਅਤੇ ਸਾਨੂੰ ਐਜ਼ ਪੇਰੈਂਟਸ ਵੀ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਦੇ ਨਾਲ ਜੁੜੇ ਦੇਖ ਕੇ ਅਤੇ ਆਪਣੇ ਧਰਮ ਦੇ ਬਾਰੇ ਜਾਣਦੇ ਹੋਏ ਦੇਖ ਕੇ ਪਤਾ ਲੱਗਦਾ ਵੀ ਆਪਾਂ ਕਿੰਨੇ ਆਪਣੇ ਬੱਚੇ ਜੁੜ ਰਹੇ ਨੇ ਆਪਣੇ ਰਿਲੀਜਨ ਦੇ ਨਾਲ, ਉਹਨਾਂ ਨੂੰ ਸਿੱਖਿਆ ਮਿਲ ਰਹੀ ਹੈਗੀ ਆ। ਨਾਲ ਦੀ ਨਾਲ ontario curriculum ਦੇ
ਨਾਲ ਦੀ ਨਾਲ ਐਜੂਕੇਸ਼ਨ ਤਾਂ ਮਿਲਦੀ ਹੈਗੀ ਆ, ਪਰ ਆਪਣੇ ਸੰਸਕਾਰ ਸੱਭਿਆਚਾਰਕ ਦੇ ਨਾਲ ਉਹ ਜੁੜਦੇ ਆ। ਇਹ ਫਾਊਂਡੇਸ਼ਨ ਇੱਥੋਂ ਹੀ ਆਪਾਂ ਜੇ ਆਪਣੀ ਨੀਂਹ ਸਟਰੋਂਗ ਕਰਾਂਗੇ ਵਿਚ ਵਿਲ ਹੈਲਪ them both, ਐਂਡ ਉਹ ਆਪਣੀ ਵੀ ਅੱਗੇ ਫਿਰ ਉਹੀ ਗਿਆਨ ਅੱਗੇ ਆਪਣੇ ਬੱਚਿਆਂ ਨੂੰ ਜਦੋਂ ਉਹ ਪੇਰੈਂਟਸ ਬਣਨਗੇ ਫਿਰ ਉਹ ਆਪਣੇ ਬੱਚਿਆਂ ਨੂੰ ਇਹ ਗੁਰਮਤਿ ਦਾਨ ਸਾਰੀ ਸਿੱਖਿਆ ਉਹ ਪਾਸ ਔਨ ਕਰਨਗੇ। ਹਰ ਸਾਲ ਵੱਖ-ਵੱਖ ਮੌਕਿਆਂ ਤੇ ਖਾਲਸਾ ਸਕੂਲ ਵੱਲੋਂ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਅਤੇ ਸੱਭਿਆਚਾਰ ਦੀ ਜਾਣਕਾਰੀ ਦੇਣ ਲਈ ਵੱਖ-ਵੱਖ ਸਮਾਗਮ ਉਲੀਕੇ ਜਾਂਦੇ ਨੇ, ਜੋ ਕਿ ਇੱਕ ਚੰਗਾ ਉਪਰਾਲਾ ਹੈ। बीते दिनी ब्रैम्पटन विखे 9th OKD फील्ड हॉकी टूरनामेंट करवाया गया, जिस विच अंडर 10 तो लैके अंडर 18 तक दे मुंडे ते कुड़ियां दे मैच करवाए गए। नौजवानां नूं खेडां ਵੱਲ ਜੋੜਨ ਲਈ ਸਮੇਂ-ਸਮੇਂ ਤੇ ਉਪਰਾਲੇ ਕੀਤੇ ਜਾਂਦੇ ਨੇ ਤੇ ਸਮੇਂ-ਸਮੇਂ ਤੇ ਸਪੋਰਟਸ ਟੂਰਨਾਮੈਂਟ ਵੀ ਕਰਵਾਏ ਜਾਂਦੇ ਨੇ। ਅਜਿਹਾ ਹੀ ਟੂਰਨਾਮੈਂਟ ਬੀਤੇ ਦਿਨੀ OKD ਵੱਲੋਂ ਕਰਵਾਇਆ ਗਿਆ। OKD ਵੱਲੋਂ 9th ਫੀਲਡ ਹੌਕੀ ਟੂਰਨਾਮੈਂਟ ਕਰਵਾਇਆ ਗਿਆ ਸੀ, ਜਿਸ ਵਿੱਚ ਅੰਡਰ 10, ਅੰਡਰ 12, ਅੰਡਰ 14, ਅੰਡਰ 16 ਤੇ ਅੰਡਰ 18 ਦੇ ਮੁੰਡੇ ਅਤੇ ਕੁੜੀਆਂ ਦੇ ਮੈਚ ਕਰਵਾਏ ਗਏ। OKD ਫੀਲਡ ਹਾਕੀ ਕਲੱਬ ਦਾ 9ਵਾਂ ਟੂਰਨਾਮੈਂਟ ਸ਼ੁਰੂ ਹੋ ਚੁੱਕਾ ਜੀ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਹੁਮ ਆ ਕੇ ਪਹੁੰਚੋ। ਸੀਨੀਅਰ ਟੀਮਾਂ ਸਾਰੀਆਂ ਖੇਡ ਰਹੀਆਂ, ਬੱਚਿਆਂ ਦੀ ਟੀਮਾਂ ਖੇਡ ਰਹੀਆਂ U10 ਤੋਂ ਲੈ ਕੇ U18 ਤੱਕ, ਤੇ ਸੀਨੀਅਰ ਟੀਮਾਂ ਸਾਰੇ ਲੋਕਲ ਕਲੱਬ ਜਿੰਨੇ ਸਾਡੇ ਹੈਗੇ ਆ ਸਾਰੇ ਖੇਡ ਰਹੇ ਆ, ਤੇ ਬਾਕੀ ਵੀ ਹੋਰ ਦਰਸ਼ਕ ਬਹੁਤ ਪਹੁੰਚ ਚੁੱਕੇ ਆ, ਤੇ ਤੁਸੀਂ ਵੀ ਸਾਰੇ ਹੁਮ ਆ ਕੇ ਆਓ, ਜਿਹੜੇ ਘਰ ਬੈਠੇ ਹੋ ਸਾਰੇ ਪਹੁੰਚੋ। ਇਹ ਸਾਡੀ ਜਿਹੜੀ ਫੀਲਡ ਹਾਕੀ ਆ ਇਹ ਆਪਣੀ ਪੰਜਾਬ ਦੀ ਨੈਸ਼ਨਲ ਗੇਮ ਹੈਗੀ ਆ ਜੀ। ਅਸੀਂ ਸਾਰੇ ਬੱਚਿਆਂ ਨੂੰ ਬੇਨਤੀ ਕਰਦੇ ਹਾਂ ਵੀ ਸਾਰੇ ਬੱਚੇ ਇਸ ਗੇਮ ਦੇ ਵਿੱਚ ਇੰਟਰਸਟ ਲੈਣ, ਹਿੱਸਾ ਪਾਉਣ, ਖੇਡਣ, ਤਾਂ ਕਿ ਆਪਣੇ ਪੰਜਾਬ ਦੀ ਜਿਹੜੀ ਹਾਕੀ ਦੀ ਗੇਮ ਆ ਉਹ ਚੱਲਦੀ ਰਹੇ। ਅਸੀਂ ਬੜੀ ਕੋਸ਼ਿਸ਼ ਕੀਤੀ ਆ, ਕਾਫੀ 18-20 ਸਾਲ ਤੋਂ ਲੱਗੇ ਹੋਏ ਆ, ਤੇ ਹੋਰ ਵੀ ਸਾਰੇ ਕਲੱਬ ਲੱਗੇ ਹੋਏ ਆ, ਤੇ ਤਾਂ ਕਿ ਬੱਚੇ ਗਲਤ ਕੰਮਾਂ ਤੋਂ ਬਚੇ ਰਹਿਣ, ਤਾਂ ਕਿ ਆਪਣੀ ਜਿਹੜੀ ਫੀਲਡ ਹਾਕੀ ਦੀ ਗੇਮ ਆ ਇਹਨੂੰ ਜੀਦਾ ਰੱਖ ਸਕੀਏ। 2 ਦਿਨਾਂ ਤੱਕ ਚੱਲੇ ਇਸ ਟੂਰਨਾਮੈਂਟ ਵਿੱਚ ਮੁੰਡੇ ਤੇ ਕੁੜੀਆਂ ਨੂੰ $1000 ਦੇ ਕੈਸ਼ ਪ੍ਰਾਈਜ਼ ਵੀ ਦਿੱਤੇ ਗਏ, ਤੇ ਇਹ ਟੂਰਨਾਮੈਂਟ ਵੀਕਐਂਡ ਤੇ 2 ਦਿਨਾਂ ਲਈ ਕਰਵਾਇਆ ਗਿਆ। ਸੋ ਹੁਣ ਤੱਕ ਲਈ ਬਸ ਇੰਨਾ ਹੀ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਤੁਸੀਂ ਰੱਖੋ ਆਪਣਾ ਖਿਆਲ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਦੇ ਨਾਲ।